ਹੈਲੋ एवरीवन ਵੈਲਕਮ ਟੂ ਸਟੱਡੀ ਸ਼ੌਕਤ ਹਿਅਰ ਸਟੱਡੀ ਬਿਕਮਸ ਈਜ਼ੀਅਰ। ਤਾਂ ਆਪਾਂ ਪਹੁੰਚ ਚੁੱਕੇ ਹਾਂ ਜੀ ਡਿਟੇਲ ਨੋਟੀਫਿਕੇਸ਼ਨ ਤੇ। ਆਪਾਂ ਨੂੰ ਪਤਾ ਜੀ 560 ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਦੀਆਂ ਪੋਸਟਾਂ ਆਊਟ ਹੋਈਆਂ ਸੀ, ਲੇਕਿਨ ਉਸਦਾ ਡਿਟੇਲ ਨੋਟੀਫਿਕੇਸ਼ਨ ਹਾਲੇ ਤੱਕ ਆਊਟ ਨਹੀਂ ਹੋਇਆ ਸੀ। ਤਾਂ ਫਾਈਨਲੀ ਉਸਦਾ ਡਿਟੇਲ ਨੋਟੀਫਿਕੇਸ਼ਨ ਆਊਟ ਹੋ ਚੁੱਕਿਆ। ਸੋ ਇਸ ਦੇ ਵਿੱਚ ਆਪਾਂ ਪੂਰੀ ਇਨਫੋਰਮੇਸ਼ਨ ਤੁਹਾਨੂੰ ਦੇਵਾਂਗੇ ਜੀ। ਡਿਟੇਲ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ। ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ, ਜਿਸ ਨਾਲ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਮਿਲੇਗੀ। ਸ਼ੁਰੂ ਕਰਦੇ ਆਪਣੀ ਵੀਡੀਓ ਨੂੰ। ਤੁਸੀਂ ਦੇਖ ਸਕਦੇ ਹੋ ਰਿਕਰੂਟਮੈਂਟ ਫॉर द पोस्ट ऑफ पुलिस सब इंस्पैक्टर, आर्डर ऑफ डिस्ट्रिक्ट पुलिस, आर्म्ड पुलिस, इन्वेस्टिगेशन, इंटैलीजेंस ऑफिसर। चार काडर ਦੇ ਵਿੱਚ ਸਬ ਇੰਸਪੈਕਟਰ ਦੀਆਂ ਪੋਸਟ ਆਊਟ ਹੋਈਆਂ ਜੀ। ਡਿਸਟ੍ਰਿਕਟ ਪੁਲਿਸ, ਆਰਮਡ ਪੁਲਿਸ, ਇਨਵੈਸਟੀਗੇਸ਼ਨ ਤੇ ਇੰਟੈਲੀਜੈਂਸ ਆਫਿਸਰਸ ਦੇ ਵਿੱਚ। ਤੇ ਜਿਹੜੀ ਇਸ ਦੀ ਅਪਲਾਈ ਕਰਨ ਦੀ ਡੇਟ ਹੈਗੀ ਹੈ ਜੀ, ਉਹ ਤੁਸੀਂ ਇੱਥੇ ਦੇਖ ਸਕਦੇ ਹੋ 6 ਜੁਲਾਈ 2021 ਤੋਂ ਅਪਲਾਈ ਕਰਨਾ ਸ਼ੁਰੂ ਹੋਏਗਾ ਐਟ 4 PM। ਤੇ ਕਲੋਜ਼ਿੰਗ ਡੇਟ ਇਹਦੀ ਰਹੇਗੀ 27 ਜੁਲਾਈ 2021। ਬਾਕੀ ਹੈਲਪਲਾਈਨ ਨੰਬਰ, ਟੋਲ ਫਰੀ ਨੰਬਰ ਇੱਥੇ ਦਿੱਤਾ ਹੋਇਆ ਜੀ। ਤੁਸੀਂ ਅਗਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਤੁਹਾਨੂੰ ਕੋਈ ਚੀਜ਼ ਪੁੱਛਣੀ ਹੈ, ਤਾਂ ਤੁਸੀਂ ਇਸ ਹੈਲਪਲਾਈਨ ਨੰਬਰ 'ਤੇ ਵੀ ਕੰਟੈਕਟ ਕਰ ਸਕਦੇ ਹੋ। ਅਦਰਵਾਈਜ਼ ਇੱਥੇ ਗ੍ਰੀਵੈਂਸ ਵਿੰਡੋ ਵੀ ਦਿੱਤੀ ਹੋਈ ਹੈ, ਯਾਨੀ ਕਿ ਤੁਸੀਂ ਆਪਣੀ ਕੋਈ ਵੀ ਪ੍ਰੋਬਲਮ ਇਸ ਈਮੇਲ ID 'ਤੇ ਇਹਨਾਂ ਨੂੰ ਮੇਲ ਕਰਕੇ ਵੀ ਆਪਣੀ ਪ੍ਰੋਬਲਮ ਦਾ ਸੋਲਿਊਸ਼ਨ ਲੈ ਸਕਦੇ ਹੋ। ਅਕਸਰ ਹੀ ਫਾਰਮ ਫਿਲ ਕਰਨ ਲੱਗਿਆ ਜਾਂ ਉਸ ਤੋਂ ਬਾਅਦ ਕਈ ਪ੍ਰੋਬਲਮਸ ਆ ਜਾਂਦੀਆਂ ਨੇ, ਤਾਂ ਉਹ ਅਗਰ ਤੁਹਾਨੂੰ ਸੋਲਿਊਸ਼ਨ ਲੈਣਾ ਤਾਂ ਇੱਥੇ ਈਮੇਲ ਜਿਹੜੀ ਇਹਨਾਂ ਨੇ ਦਿੱਤੀ ਹੋਈ ਹੈ, ਇਸ ਚੀਜ਼ ਨੂੰ ਯਾਦ ਰੱਖਿਓ। ਜਿਸ ਤੋਂ ਬਾਅਦ ਆਪਾਂ ਗੱਲ ਕਰ ਲਈ ਕੈਟੇਗਰੀ ਵਾਈਜ਼ ਪੋਸਟ ਦੀ, ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਡਿਸਟ੍ਰਿਕਟ ਪੁਲਿਸ ਕਾਡਰ ਦੇ ਵਿੱਚ 87 ਟੋਟਲ ਪੋਸਟ ਆਊਟ ਹੋਈਆਂ ਨੇ, ਜਿਹਦੇ ਵਿੱਚ ਕੈਟੇਗਰੀ ਵਾਈਜ਼ ਵੰਡ ਜਿਹੜੀਆਂ ਪੋਸਟਾਂ ਦੀ ਦਿੱਤੀ ਹੋਈ ਹੈ, ਤੇ ਨਾਲ ਹੀ ਵੂਮਨਸ ਦਾ ਜੋ 33% ਕੋਟਾ ਰਿਜ਼ਰਵ ਹੈ ਉਹਦੀ ਵੀ ਉਰੇ ਮੈਂਸ਼ਨ ਕੀਤਾ ਹੋਇਆ। 97 ਪੋਸਟਾਂ ਜਿਹੜੀਆਂ ਜੀ ਆਰਮਡ ਪੁਲਿਸ ਕਾਡਰ ਦੇ ਵਿੱਚ ਆਊਟ ਹੋਈਆਂ ਨੇ। ਟੋਟਲ ਇਹਦੇ ਵਿੱਚ 97 ਪੋਸਟ ਹੈ ਤੇ ਕੈਟੇਗਰੀ ਵਾਈਜ਼ ਵੰਡ ਤੁਸੀਂ ਇੱਥੇ ਦੇਖ ਸਕਦੇ ਹੋ। ਤੇ ਨਾਲ ਹੀ ਪੋਸਟਾਂ ਜਿੱਥੇ ਰਿਜ਼ਰਵ ਹੈਗੀਆਂ ਜੀ ਵੂਮਨਸ ਲਈ, ਉਹ ਵੀ ਮੈਂਸ਼ਨ ਕੀਤਾ ਹੋਇਆ। ਉਸ ਤੋਂ ਬਾਅਦ ਇੰਟੈਲੀਜੈਂਸ ਕਾਡਰ ਦੀ ਗੱਲ ਕਰ ਲਈ ਤਾਂ 87 ਪੋਸਟਾਂ ਇੱਥੇ ਟੋਟਲ ਆਊਟ ਹੋਈਆਂ ਨੇ। ਇਸ ਦੀ ਕੈਟੇਗਰੀ ਵਾਈਜ਼ ਵੰਡ ਜਿਹੜੀ ਇੱਥੇ ਦਿੱਤੀ ਹੋਈ ਹੈ। ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਾਡਰ ਦੀ ਅਗਰ ਆਪਾਂ ਗੱਲ ਕਰ ਲਈਏ, ਉੱਥੇ 299 ਪੋਸਟਾਂ ਟੋਟਲ ਆਊਟ ਹੋਈਆਂ ਨੇ ਸਬ ਇੰਸਪੈਕਟਰ ਦੀਆਂ, ਤੇ ਇਹਦੀ ਵੀ ਤੁਸੀਂ ਕੈਟੇਗਰੀ ਵਾਈਜ਼ ਵੰਡ ਦੇਖ ਸਕਦੇ ਹੋ। ਹਾਂਜੀ, ਇਨਵੈਸਟੀਗੇਸ਼ਨ ਕਾਡਰ ਦੇ ਵਿੱਚ ਟੋਟਲ ਵੈਕੈਂਸੀਜ਼ ਜਿਹੜੀ ਸਬ ਇੰਸਪੈਕਟਰ ਦੀਆਂ ਉਹ ਹੈਗੀਆਂ ਜੀ 299। ਇੰਟੈਲੀਜੈਂਸ ਕਾਡਰ ਦੇ ਵਿੱਚ ਇੰਟੈਲੀਜੈਂਸ ਆਫਿਸਰ ਦੀਆਂ 87 ਪੋਸਟ ਹੈ ਜੀ। ਆਰਮਡ ਪੁਲਿਸ ਕਾਡਰ ਦੇ ਵਿੱਚ ਸਬ ਇੰਸਪੈਕਟਰ ਦੀਆਂ 97 ਪੋਸਟ ਹੈ, ਤੇ ਡਿਸਟ੍ਰਿਕਟ ਪੁਲਿਸ ਕਾਡਰ ਦੇ ਵਿੱਚ ਸਬ ਇੰਸਪੈਕਟਰ ਦੀਆਂ 87 ਪੋਸਟ ਹੈ। ਕਿ ਟੋਟਲ ਇਹਦੇ ਵਿੱਚ 560 ਵੈਕੈਂਸੀਜ਼ ਜਿਹੜੀਆਂ ਆਊਟ ਹੋਈਆਂ ਨੇ। ਅਗਰ ਆਪਾਂ ਪੇ ਸਕੇਲ ਦੀ ਗੱਲ ਕਰ ਲਈ ਤਾਂ ਬੇਸਿਕ ਪੇ ਸਕੇਲ ਇਹਦੇ ਵਿੱਚ 35400 ਰਹਿਣ ਵਾਲੀ ਹੈ ਜੀ। ਅਸੈਂਸ਼ੀਅਲ ਐਲੀਜੀਬਿਲਿਟੀ ਦੀ ਅਗਰ ਆਪਾਂ ਗੱਲ ਕਰ ਲਈ ਤਾਂ ਨੈਸ਼ਨੈਲਿਟੀ ਜਿਹੜੀ ਹੈ ਉਹ ਇੰਡੀਅਨ ਹੋਣੀ ਚਾਹੀਦੀ ਹੈ। ਏਜ ਲਿਮਿਟ ਦੀ ਗੱਲ ਕਰ ਲਈਏ ਤਾਂ ਮਿਨੀਮਮ ਏਜ ਰਹੇਗੀ ਤੁਹਾਡੀ 18 ਸਾਲ ਤੇ ਮੈਕਸਿਮਮ ਏਜ ਰਹੇਗੀ ਜੀ 28 ਸਾਲ 1 ਜਨਵਰੀ 2021 ਤੱਕ। ਕੈਟੇਗਰੀ ਵਾਈਜ਼ ਜੋ ਰਿਲੈਕਸੇਸ਼ਨ ਦਿੱਤੀ ਜਾਂਦੀ ਹੈ ਉਹ ਜ਼ਰੂਰ ਦਿੱਤੀ ਜਾਏਗੀ। ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਅਗਰ ਆਪਾਂ ਗੱਲ ਕਰ ਲਈਏ, ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਜੀ ਸਬ ਇੰਸਪੈਕਟਰ ਡਿਸਟ੍ਰਿਕਟ ਪੁਲਿਸ ਕਾਡਰ ਦੇ ਲਈ। ਤਾਂ ਤੁਹਾਡੇ ਪਾਸ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਫਰੋਮ ਅ ਰਿਕੋਗਨਾਈਜ਼ਡ ਯੂਨੀਵਰਸਿਟੀ। ਕਿਸੇ ਵੀ ਫੀਲਡ ਦੇ ਵਿੱਚ ਤੁਹਾਡੇ ਕੋਲ ਗ੍ਰੈਜੂਏਸ਼ਨ ਹੋ ਸਕਦੀ ਹੈ। ਇਸੇ ਤਰ੍ਹਾਂ ਸਬ ਇੰਸਪੈਕਟਰ ਆਰਮਡ ਪੁਲਿਸ ਕਾਡਰ ਦੇ ਵਿੱਚ, ਤੇ ਇਸੇ ਤਰ੍ਹਾਂ ਸਬ ਇੰਸਪੈਕਟਰ ਇਨਵੈਸਟੀਗੇਸ਼ਨ ਕਾਡਰ ਦੇ ਵਿੱਚ ਤੁਹਾਡੇ ਪਾਸ ਸਿਰਫ ਗ੍ਰੈਜੂਏਸ਼ਨ ਮੰਗੀ ਗਈ ਹੈ ਜੀ, ਕੋਈ ਵੀ ਮੈਂਸ਼ਨ ਸਬਜੈਕਟ ਨਹੀਂ ਹੈ। ਕਿਸੇ ਵੀ ਫੀਲਡ ਦੇ ਵਿੱਚ ਗ੍ਰੈਜੂਏਸ਼ਨ ਹੋ ਸਕਦੀ ਹੈ। ਇੰਟੈਲੀਜੈਂਸ ਆਫਿਸਰ ਦੀ ਅਗਰ ਆਪਾਂ ਗੱਲ ਕਰ ਲਈਏ ਇੰਟੈਲੀਜੈਂਸ ਕਾਡਰ ਦੇ ਵਿੱਚ, ਤਾਂ ਉੱਥੇ ਨਾਲ ਕੈਂਡੀਡੇਟ ਸ਼ੁੱਡ ਬੀ ਅ ਗ੍ਰੈਜੂਏਟ ਫਰੋਮ ਅ ਰਿਕੋਗਨਾਈਜ਼ਡ ਯੂਨੀਵਰਸਿਟੀ, ਯਾਨੀ ਕਿ ਗ੍ਰੈਜੂਏਸ਼ਨ ਤਾਂ ਹੋਣਾ ਹੀ ਚਾਹੀਦਾ ਹੈ। ਤੇ ਕੋਲ ਉਹ ਲੈਵਲ ਦਾ ਸਰਟੀਫਿਕੇਟ ਹੋਣਾ ਚਾਹੀਦਾ ਜੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ, ਜਿਹੜਾ ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਤੋਂ ਲਿਆ ਹੋਵੇ। ਯਾਨੀ ਕਿ ਤੁਹਾਡੇ ਪਾਸ ਕੰਪਿਊਟਰ ਦੀ ਨੌਲੇਜ ਵੀ ਇੱਥੇ ਹੋਣੀ ਚਾਹੀਦੀ ਹੈ, ਉਹ ਲੈਵਲ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਜਾਂ ਫਿਰ ਤੁਹਾਡੇ ਪਾਸ ਕੰਪਿਊਟਰ ਸਾਇੰਸ ਦੇ ਵਿੱਚ ਹੀ ਅਗਰ ਤੁਹਾਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ ਫਿਰ ਐਕਸਟਰਾ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਤੇ ਜਾਂ ਫਿਰ ਤੁਹਾਨੂੰ ਇੱਥੇ ਦਿੱਤਾ ਹੋਇਆ ਜੀ BSc BTech ਜਾਂ BE ਜਿਹੜਾ ਹੈ ਉਹ ਕੰਪਿਊਟਰ ਦੇ ਵਿੱਚ ਹੀ ਕੀਤੀ ਹੋਵੇ। ਇੱਥੇ ਸਬਜੈਕਟ ਮੈਂਸ਼ਨ ਹੈ, ਇਹਨਾਂ ਵਿੱਚੋਂ ਕਿਸੇ ਸਬਜੈਕਟ ਦੇ ਵਿੱਚ ਅਗਰ ਤੁਹਾਨੇ ਕੰਪਿਊਟਰ ਦੇ ਰਿਲੇਟਡ ਸਬਜੈਕਟ ਦੇ ਵਿੱਚ ਅਗਰ ਗ੍ਰੈਜੂਏਸ਼ਨ ਕੀਤੀ ਹੋਈ ਹੈ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ, ਡਿਪਲੋਮਾ ਕੀਤਾ ਹੋਇਆ ਕੰਪਿਊਟਰ ਐਪਲੀਕੇਸ਼ਨਸ ਦੇ ਵਿੱਚ, ਤਾਂ ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ। 10th ਲੈਵਲ 'ਤੇ ਤੁਹਾਡੇ ਕੋਲ ਪੰਜਾਬੀ ਪਾਸ ਹੋਣੀ ਚਾਹੀਦੀ ਹੈ। ਫਿਜ਼ੀਕਲ ਸਟੈਂਡਰਡਸ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਡਿਸਟ੍ਰਿਕਟ ਪੁਲਿਸ ਆਰਮਡ ਪੁਲਿਸ ਦੇ ਲਈ ਮੇਲ ਦੀ ਜਿਹੜੀ ਇਹਦੇ ਵਿੱਚ ਮਿਨੀਮਮ ਹਾਈਟ ਰਿਕੁਆਇਰਡ ਲਿਖੀ ਹੋਈ ਹੈ ਜੀ, ਉਹ ਹੈ 5 ਫੁੱਟ 7 ਇੰਚ ਦੀ, 5 ਫੁੱਟ 7 ਇੰਚ ਦੀ। ਤੇ ਉੱਥੇ ਹੀ ਡਿਸਟ੍ਰਿਕਟ ਪੁਲਿਸ ਤੇ ਆਰਮਡ ਪੁਲਿਸ ਲਈ ਫੀਮੇਲ ਲਈ ਹੈਗੇ ਜੀ 5 ਫੁੱਟ 2 ਇੰਚ ਦੀ। ਲੇਕਿਨ ਅਗਰ ਆਪਾਂ ਇਨਵੈਸਟੀਗੇਸ਼ਨ ਤੇ ਇੰਟੈਲੀਜੈਂਸ ਕਾਡਰ ਦੀ ਗੱਲ ਕਰ ਲਈਏ ਤਾਂ ਉੱਥੇ ਮੇਲ ਲਈ ਜਿਹੜੀ ਹਾਈਟ ਹੈ ਉਹ ਰਹੇਗੀ ਜੀ 5 ਫੁੱਟ 5 ਇੰਚ ਦੀ, ਤੇ ਫੀਮੇਲ ਲਈ ਹਾਈਟ ਰਹੇਗੀ 5 ਫੁੱਟ 1 ਇੰਚ ਦੀ। ਸਿਲੈਕਸ਼ਨ ਪ੍ਰੋਸੈਸ ਦੀ ਅਗਰ ਆਪਾਂ ਗੱਲ ਕਰ ਲਈਏ, ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਪਹਿਲੇ ਸਟੇਜ ਤੇ ਤੁਹਾਡੇ ਪਾਸ 2 ਪੇਪਰ ਹੋਣਗੇ ਜੀ, ਮਲਟੀਪਲ ਚੋਇਸ ਪੇਪਰ ਹੋਣਗੇ, ਕੰਪਿਊਟਰ ਬੇਸਡ ਪੇਪਰ ਹੋਣਗੇ। ਤੇ ਸਟੇਜ 2 ਦੇ ਵਿੱਚ ਤੁਹਾਡੇ ਕੋਲ ਤੁਹਾਡੀ ਸਕਰੂਟਨੀ ਕੀਤੀ ਜਾਏਗੀ ਡਾਕੂਮੈਂਟਸ ਦੀ, ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋਏਗਾ ਤੇ ਫਿਜ਼ੀਕਲ ਸਕਰੀਨਿੰਗ ਟੈਸਟ ਹੋਏਗਾ। PMT ਤੇ PST ਦੇ ਮਾਰਕਸ ਜਿਹੜੇ ਹੋਣਗੇ ਉਹ ਐਡ ਨਹੀਂ ਹੋਣਗੇ, ਸਿਰਫ ਕੁਆਲੀਫਾਈਂਗ ਟੈਸਟ ਹੈਗੇ ਆ ਜੀ। ਇਹ ਸਟੇਜ 1 ਦੇ ਵਿੱਚ ਤੁਹਾਡੇ 2 ਪੇਪਰ ਹੋਣੇ ਆ ਜੀ। ਉਹਦੇ ਵਿੱਚ ਪਹਿਲਾ ਪੇਪਰ ਜਿਹੜਾ ਹੈ ਕੰਪਿਊਟਰ ਬੇਸਡ ਪੇਪਰ ਹੈ ਜੀ। ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ 2 ਘੰਟੇ ਦਾ ਪੇਪਰ ਹੋਏਗਾ। 100 ਟੋਟਲ ਉਹਦੇ ਵਿੱਚ ਕੁਐਸਚਨਸ ਹੋਣਗੇ, 400 ਨੰਬਰ ਦਾ ਇਹ ਪੇਪਰ ਰਹੇਗਾ। ਜਨਰਲ ਅਵੇਅਰਨੈਸ 50 ਨੰਬਰ ਦੀ ਆਏਗੀ। ਕੁਆਂਟੀਟਿਵ ਐਪਟੀਟਿਊਡ ਐਂਡ ਨੂਮੈਰੀਕਲ ਸਕਿੱਲਸ 30 ਨੰਬਰ ਦੀ। ਪੰਜਾਬੀ ਲੈਂਗੁਏਜ 20 ਨੰਬਰ ਦੀ। ਤਾਂ 3 ਹੀ ਸਬਜੈਕਟ ਆਉਣਗੇ, 2 ਘੰਟੇ ਦਾ ਪੇਪਰ ਹੋਏਗਾ, 100 ਕੁਐਸਚਨ ਹੋਣਗੇ ਤੇ 400 ਨੰਬਰ ਦਾ ਟੋਟਲ ਪੇਪਰ ਹੋਏਗਾ। ਉਸ ਤੋਂ ਬਾਅਦ ਜਿਹੜਾ ਤੁਹਾਡਾ ਦੂਜਾ ਪੇਪਰ ਹੋਣਾ ਹੈ ਜੀ,
ਉਹ ਵੀ 2 ਘੰਟੇ ਦਾ ਹੋਏਗਾ। ਉਹਦੇ ਵਿੱਚ ਵੀ 100 ਕੁਐਸਚਨ ਆਉਣਗੇ ਤੇ 400 ਨੰਬਰ ਦਾ ਟੋਟਲ ਪੇਪਰ ਹੋਏਗਾ। ਸਬਜੈਕਟ ਉਹਦੇ ਵਿੱਚ ਰਹੇਗਾ ਜੀ ਲੌਜੀਕਲ ਐਂਡ ਐਨਾਲਿਟੀਕਲ ਰੀਜ਼ਨਿੰਗ ਐਂਡ ਡਾਟਾ ਇੰਟਰਪ੍ਰੀਟੇਸ਼ਨ 50 ਨੰਬਰ ਦੀ, ਡਿਜੀਟਲ ਲਿਟਰੇਸੀ ਐਂਡ ਕੰਪਿਊਟਰ ਅਵੇਅਰਨੈਸ 30 ਨੰਬਰ ਦੀ, ਇੰਗਲਿਸ਼ ਲੈਂਗੁਏਜ 20 ਨੰਬਰ ਦੀ। ਕੰਪਿਊਟਰ ਬੇਸਡ ਟੈਸਟ ਹੋਣਗੇ ਜੀ। ਇਹਦੇ ਵਿੱਚ ਨੈਗੇਟਿਵ ਮਾਰਕਿੰਗ ਵੀ ਰੱਖੀ ਜਾਏਗੀ, 25% ਦੀ ਤੁਹਾਡੀ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਰਹੇਗੀ। ਮਿਨੀਮਮ ਮਾਰਕਸ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਸ਼ਡਿਊਲ ਕਾਸਟ, ਬੈਕਵਰਡ ਕਲਾਸ, ਇਕਨੋਮਿਕਲੀ ਵੀਕਰ ਸੈਕਸ਼ਨ ਤੇ ਐਕਸ ਸਰਵਿਸਮੈਨ ਕੈਟੇਗਰੀਜ਼ ਵਾਲੇ ਕੈਂਡੀਡੇਟਸ ਲਈ ਮਿਨੀਮਮ ਮਾਰਕਸ ਜਿਹੜੇ ਆ 25% ਜਿਹੜੇ ਆ ਮਾਰਕਸ ਅਬਟੇਨ ਕਰਨੇ ਜ਼ਰੂਰੀ ਹੈ ਤੇ ਬਾਕੀ ਜਿਹੜੀ ਅਦਰ ਕੈਟੇਗਰੀਜ਼ ਹਨ ਜੀ ਉਹਨਾਂ ਲਈ 30% ਦੇ ਮਾਰਕਸ ਜ਼ਰੂਰੀ ਹੈ। ਡਾਕੂਮੈਂਟ ਸਕਰੂਟਨੀ ਲਈ ਤੁਹਾਨੂੰ ਬੁਲਾਇਆ ਜਾਏਗਾ, ਫਿਜ਼ੀਕਲ ਮੈਜ਼ਰਮੈਂਟ ਟੈਸਟ ਲਈ ਬੁਲਾਇਆ ਜਾਏਗਾ ਤੇ ਫਿਜ਼ੀਕਲ ਸਕਰੀਨਿੰਗ ਟੈਸਟ ਲਈ ਬੁਲਾਇਆ ਜਾਏਗਾ। ਫਿਜ਼ੀਕਲ ਮੈਜ਼ਰਮੈਂਟ ਟੈਸਟ ਦੀ ਗੱਲ ਕਰ ਲਈਏ, ਫਿਜ਼ੀਕਲ ਮੈਜ਼ਰਮੈਂਟ ਟੈਸਟ ਲਈ ਜਿਹੜੀ ਉਸਦੀ ਹਾਈਟ ਦੇਖੀ ਜਾਏਗੀ, ਜਿਹੜੀ ਹਾਈਟ ਆਪਾਂ ਤੁਹਾਨੂੰ ਉੱਪਰ ਦੱਸੀ ਹੈ ਜੀ ਉਹ ਤੁਹਾਡੀ ਹਾਈਟ ਉਹਦੇ ਵਿੱਚ ਦੇਖੀ ਜਾਏਗੀ ਤੇ ਜਿਹੜਾ ਫਿਜ਼ੀਕਲ ਮੈਜ਼ਰਮੈਂਟ ਟੈਸਟ ਕੁਆਲੀਫਾਈ ਕਰ ਜਾਏਗਾ ਤਾਂ ਉਹ ਫਿਜ਼ੀਕਲ ਸਕਰੀਨਿੰਗ ਟੈਸਟ ਦੇ ਸਕਦਾ ਹੈ। ਫਿਜ਼ੀਕਲ ਸਕਰੀਨਿੰਗ ਟੈਸਟ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਕੈਂਡੀਡੇਟਸ ਦੀ ਡਿਸਟ੍ਰਿਕਟ ਪੁਲਿਸ ਤੇ ਆਰਮਡ ਪੁਲਿਸ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਫॉर ਮੇਲ ਕੈਂਡੀਡੇਟਸ ਐਕਸਕਲੂਡਿੰਗ ਐਕਸ ਸਰਵਿਸਮੈਨ। ਮੇਲ ਕੈਂਡੀਡੇਟਸ ਪਰ ਜਿਨ੍ਹਾਂ 'ਚ ਐਕਸ ਸਰਵਿਸਮੈਨ ਇੰਕਲੂਡ ਨਹੀਂ ਹੈਗੇ ਉਹਨਾਂ ਦੇ ਫਿਜ਼ੀਕਲ ਸਕਰੀਨਿੰਗ ਟੈਸਟ ਦੇ ਵਿੱਚ 1600 ਮੀਟਰ ਦੀ ਦੌੜ ਕਰਵਾਈ ਜਾਏਗੀ, ਕੰਪਲੀਟਡ ਇਨ 7 ਮਿੰਟਸ। ਲੌਂਗ ਜੰਪ ਕਰਵਾਇਆ ਜਾਏਗਾ 3.65 ਮੀਟਰ ਦਾ, 3 ਚਾਂਸ ਇਹਦੇ ਵਿੱਚ ਦਿੱਤੇ ਜਾਣਗੇ। ਹਾਈ ਜੰਪ ਹੋਏਗਾ 1.10 ਮੀਟਰਸ ਦਾ, 3 ਚਾਂਸ ਇਹਦੇ ਵਿੱਚ ਮਿਲਣਗੇ। ਅਗਰ ਆਪਾਂ ਐਕਸ ਸਰਵਿਸਮੈਨ ਮੇਲ ਦੀ ਗੱਲ ਕਰ ਲਈਏ, ਏਜ 35 ਸਾਲ ਹੋਏਗੀ। 1400 ਮੀਟਰ ਵੋਕ ਐਂਡ ਰਨ ਟੂ ਬੀ ਕੰਪਲੀਟਡ ਇਨ 9 ਮਿੰਟਸ ਤੇ 10 ਉਹਦੇ ਸਿਟਅਪਸ ਹੋਣਗੇ ਵਿਦਿਨ 2 ਮਿੰਟਸ ਕੰਪਲੀਟ ਕਰਨੇ ਹੋਣਗੇ। ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਜੀ ਮੇਲ ਐਕਸ ਸਰਵਿਸਮੈਨ ਦੀ ਜਿਨ੍ਹਾਂ ਦੀ ਏਜ 35 ਈਅਰਸ ਤੋਂ ਜ਼ਿਆਦਾ ਹੈ ਉਹਨਾਂ ਲਈ 1400 ਮੀਟਰ ਦੀ ਵੋਕ ਐਂਡ ਰਨ ਹੋਏਗੀ ਕੰਪਲੀਟਡ ਇਨ 12 ਮਿੰਟਸ, ਓਨਲੀ 1 ਚਾਂਸ ਦਿੱਤਾ ਜਾਏਗਾ। 10 ਸਿਟਅਪਸ ਹੋਣਗੇ ਵਿਦਿਨ 3 ਮਿੰਟਸ। ਇਹ ਹੋ ਗਈ ਜੀ ਮੇਲ ਦੀ ਗੱਲ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਫॉर ਫੀਮੇਲ ਕੈਂਡੀਡੇਟਸ। ਫੀਮੇਲ ਕੈਂਡੀਡੇਟਸ ਦੀ 800 ਮੀਟਰ ਦੀ ਰੇਸ ਹੋਏਗੀ ਜੀ ਟੂ ਬੀ ਕੰਪਲੀਟਡ ਇਨ 5 ਮਿੰਟਸ। ਲੌਂਗ ਜੰਪ ਹੋਏਗਾ 3 ਮੀਟਰ ਦਾ, 3 ਚਾਂਸ ਦਿੱਤੇ ਜਾਣਗੇ। ਹਾਈ ਜੰਪ ਹੋਏਗਾ 0.90 ਮੀਟਰਸ ਦਾ ਤੇ 3 ਚਾਂਸ ਮਿਲਣਗੇ। ਇਹ ਸੀਗਾ ਜੀ ਡਿਸਟ੍ਰਿਕਟ ਐਂਡ ਆਰਮਡ ਪੁਲਿਸ ਕਾਡਰ ਦੇ ਲਈ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਇੰਟੈਲੀਜੈਂਸ ਐਂਡ ਇਨਵੈਸਟੀਗੇਸ਼ਨ ਕਾਡਰ ਦੇ ਲਈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਫॉर ਮੇਲ ਦੀ, ਜਿਹਦੇ ਵਿੱਚ ਐਕਸ ਸਰਵਿਸਮੈਨ ਨੂੰ ਐਕਸਕਲੂਡ ਕਰਕੇ ਯਾਨੀ ਕਿ ਉਹਨਾਂ ਤੋਂ ਬਿਨਾਂ ਆਪਾਂ ਗੱਲ ਕਰੀਏ ਤਾਂ 800 ਮੀਟਰ ਦੀ ਉਹਨਾਂ ਦੀ ਰੇਸ ਹੋਏਗੀ ਇਹਦੇ ਵਿੱਚ ਤੇ 4 ਮਿੰਟਸ ਵਿੱਚ ਉਹ ਕੰਪਲੀਟ ਕਰਨੀ ਹੋਏਗੀ। ਲੌਂਗ ਜੰਪ ਹੋਏਗਾ 2.7 ਮੀਟਰਸ ਦਾ, 3 ਚਾਂਸ ਮਿਲਣਗੇ। ਹਾਈ ਜੰਪ ਹੋਏਗਾ 0.90 ਮੀਟਰਸ ਦਾ, 3 ਚਾਂਸ ਦਿੱਤੇ ਜਾਣਗੇ। ਇਸ ਮੈਨ ਮੇਲ ਦੀ ਗੱਲ ਕਰ ਲਈਏ ਜੀ 35 ਸਾਲ ਜਾਂ 35 ਸਾਲ ਤੋਂ ਉੱਤੇ ਉਹਨਾਂ ਦੀ ਏਜ ਹੋਏਗੀ ਤਾਂ ਉਹਨਾਂ ਦੀ 800 ਮੀਟਰ ਦੀ ਰਨ ਐਂਡ ਵਾਕ ਟੂ ਬੀ ਕੰਪਲੀਟਡ ਇਨ 6 ਮਿੰਟਸ ਤੇ ਓਨਲੀ 1 ਚਾਂਸ ਦਿੱਤਾ ਜਾਏਗਾ। ਔਰ ਅਗਰ ਆਪਾਂ ਫੀਮੇਲ ਕੈਂਡੀਡੇਟਸ ਦੀ ਗੱਲ ਕਰ ਲਈਏ 400 ਮੀਟਰਸ ਰਨ ਹੋਏਗੀ ਜੀ, ਉਹਦੇ ਵਿੱਚ ਦੌੜ ਹੋਏਗੀ 400 ਮੀਟਰ ਦੀ ਕੰਪਲੀਟਡ ਇਨ 2 ਮਿੰਟਸ, ਓਨਲੀ 1 ਚਾਂਸ। ਲੌਂਗ ਜੰਪ ਹੋਏਗਾ 1.80 ਮੀਟਰਸ ਦਾ, 3 ਚਾਂਸ ਦਿੱਤੇ ਜਾਣਗੇ। ਹਾਈ ਜੰਪ ਹੋਏਗਾ 0.75 ਮੀਟਰਸ ਦਾ, 3 ਚਾਂਸ ਦਿੱਤੇ ਜਾਣਗੇ। ਇਹ ਰਿਹਾ ਜੀ ਫਿਜ਼ੀਕਲ ਸਕਰੀਨਿੰਗ ਟੈਸਟ ਦਾ ਕ੍ਰਾਈਟੀਰੀਆ। ਜਰਨਲ ਦੀ ਜਿਹੜੀ ਫੀਸ ਰਹੇਗੀ ਜੀ 700 ਰਹੇਗੀ ਐਪਲੀਕੇਸ਼ਨ ਫੀਸ, ਐਗਜ਼ਾਮੀਨੇਸ਼ਨ ਫੀਸ ਰਹੇਗੀ 800, ਟੋਟਲ 1500 ਰੁਪਏ ਫੀਸ ਲੱਗੇਗੀ। ਐਕਸ ਸਰਵਿਸਮੈਨ ਉਹਨਾਂ ਲਈ ਟੋਟਲ 700 ਰੁਪਏ ਫੀਸ ਲੱਗੇਗੀ ਯਾਨੀ ਕਿ ਐਗਜ਼ਾਮੀਨੇਸ਼ਨ ਫੀਸ ਉਹਨਾਂ ਲਈ ਨਹੀਂ ਹੋਏਗੀ। SC ST ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਟੋਟਲ ਉਹਨਾਂ ਦੀ 900 ਰੁਪਏ ਫੀਸ ਲੱਗੇਗੀ ਤੇ ਇਕਨੋਮਿਕਲੀ ਵੀਕਰ ਸੈਕਸ਼ਨ ਦੀ ਗੱਲ ਕਰ ਲਈਏ ਤਾਂ ਟੋਟਲ ਉਹਨਾਂ ਦੀ 900 ਰੁਪਏ ਫੀਸ ਲੱਗੇਗੀ। ਆਨਲਾਈਨ ਐਪਲੀਕੇਸ਼ਨ ਕਿਸ ਤਰ੍ਹਾਂ ਫਿਲ ਕਰਨੀ ਹੈ ਉਸ ਦੇ ਬਾਰੇ ਦੱਸਿਆ ਹੋਇਆ ਤੇ ਇੱਥੇ ਲਿੰਕ ਦਿੱਤਾ ਹੋਇਆ, ਤੁਸੀਂ ਇਹ ਲਿੰਕ ਦੇਖ ਸਕਦੇ ਹੋ। ਇਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਆਪਣਾ ਆਨਲਾਈਨ ਅਪਲਾਈ ਕਰ ਸਕਦੇ ਹੋ ਤੇ ਨਾਲ ਹੀ ਇੱਥੇ ਹੈਲਪਲਾਈਨ ਨੰਬਰ ਵੀ ਦਿੱਤੇ ਹੋਏ ਆ ਜੀ। ਇਹ ਸੀਗੀ ਜੀ ਡਿਟੇਲ ਨੋਟੀਫਿਕੇਸ਼ਨ। ਬਾਕੀ ਪੂਰਾ ਨੋਟੀਫਿਕੇਸ਼ਨ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਤੋਂ ਵੀ ਲੈ ਸਕਦੇ ਹੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। 560 ਸਬ ਇੰਸਪੈਕਟਰ ਪੋਸਟ ਜਿਹੜੀਆਂ ਡਿਸਟ੍ਰਿਕਟ ਪੁਲਿਸ, ਆਰਮਡ ਪੁਲਿਸ, ਇਨਵੈਸਟੀਗੇਸ਼ਨ ਤੇ ਇੰਟੈਲੀਜੈਂਸ ਆਫੀਸਰ ਦੀਆਂ ਪੋਸਟਾਂ ਜਿਹੜੀਆਂ ਆਊਟ ਹੋਈਆਂ ਨੇ। ਟੋਟਲ 560 ਪੋਸਟਾਂ ਨੇ। 6 ਜੁਲਾਈ ਤੋਂ ਭਰਨਾ ਸ਼ੁਰੂ ਹੋਏਗਾ। ਤੁਹਾਨੂੰ ਇਹਨਾਂ ਦੀ ਦਿੱਤੀ ਹੋਈ ਈਮੇਲ ID ਤੇ ਨਾਲ ਹੀ ਹੈਲਪਲਾਈਨ ਨੰਬਰ ਵੀ ਇਹਦੇ ਵਿੱਚ ਸ਼ੋ ਕਰਤਾ ਹੈ। ਬਾਕੀ ਡਿਟੇਲ ਨੋਟੀਫਿਕੇਸ਼ਨ ਤੁਹਾਨੂੰ ਦੱਸ ਹੀ ਦਿੱਤੀ ਹੈ। ਜੇ ਫਿਰ ਵੀ ਤੁਹਾਡਾ ਕੋਈ ਕੁਐਰੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਇਹ ਸੀਗੀ ਜੀ ਆਫੀਸ਼ੀਅਲ ਇਨਫੋਰਮੇਸ਼ਨ। ਆਈ ਹੋਪ ਇਨਫੋਰਮੇਸ਼ਨ ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ। ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ ਜਿਸ ਨਾਲ ਤੁਹਾਡੇ ਤੱਕ ਹਰ ਇੱਕ ਨੋਟੀਫਿਕੇਸ਼ਨ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਪਹੁੰਚੇਗੀ। ਥੈਂਕ ਯੂ।